ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਪੇਸ਼ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਕੈਨੇਡਾ ਤੋਂ, ਭਾਰਤ ਤੋਂ ਤੇ ਵਿਸ਼ਵ ਭਰ ਤੋਂ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ, ਸਾਡੇ ਵੱਲੋਂ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਚੰਗਾ ਲੱਗਦਾ ਹੋਵੇ, ਸਾਡੇ ਵੱਲੋਂ ਜਿਹੜੀ ਪ੍ਰੋਵਾਈਡ ਕੀਤੀ ਗਈ ਜਾਣਕਾਰੀ ਉਹ ਚੰਗੀ ਲੱਗਦੀ ਹੋਵੇ, ਜਾਂ ਕੋਈ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤੇ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਵੋ, ਤਾਂ ਜੋ ਅਸੀਂ ਤੁਹਾਡੇ ਸੁਝਾਅ ਮੁਤਾਬਕ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰ ਸਕੀਏ। ਸੋ ਅੱਜ ਦੀ ਪਹਿਲੀ ਖਬਰ ਹੈ, ਮੇਨ ਖਬਰਾਂ ਦੇ ਵਿੱਚ ਭਾਰਤ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਕੁਝ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਆ। ਵਿਸ਼ੇਸ਼ ਤੌਰ ਤੇ ਖਾੜੀ ਤੋਂ ਆਉਣ ਵਾਲੇ ਯਾਤਰੀਆਂ ਲਈ CPR ਟੈਸਟ ਹੁਣ ਲਾਜ਼ਮੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਇਸ ਟੈਸਟ ਨੂੰ 72 ਘੰਟਿਆਂ ਦੇ ਅੰਦਰ ਇਹ ਟੈਸਟ ਹੋਣਾ ਚਾਹੀਦਾ ਹੈ। ਭਾਰਤ ਸਰਕਾਰ ਵੱਲੋਂ ਬਕਾਇਦਾ ਹੁਣ ਆਪਣੀ ਵੈਬਸਾਈਟ ਦੇ ਉੱਪਰ ਇਹ ਸਾਰੀ ਜਾਣਕਾਰੀ ਪਾਈ ਗਈ ਹੈ ਕਿ ਵੈਕਸੀਨ ਅਤੇ ਕਰੋਨਾ ਰਿਪੋਰਟ ਸੰਬੰਧੀ ਐਲਾਨਨਾਮਾ ਫਾਰਮ ਵੀ ਇਸ ਸੰਬੰਧੀ ਭਰਨਾ ਬਹੁਤ ਜ਼ਰੂਰੀ ਹੈ। ਆਰੋਗਿਆ ਸੇਤੂ ਐਪ ਉਹ ਹਰ ਆਉਣ ਵਾਲੇ ਯਾਤਰੂ ਦੇ ਮੋਬਾਈਲ ਦੇ ਉੱਤੇ ਡਾਊਨਲੋਡ ਹੋਣੀ ਚਾਹੀਦੀ ਆ, ਅਤੇ ਡਾਊਨਲੋਡ ਹੋਣ ਤੋਂ ਬਾਅਦ ਜੋ ਸੰਬੰਧਿਤ ਡਾਕੂਮੈਂਟ ਹੈ, ਜਿਸ ਤਰ੍ਹਾਂ ਪਾਸਪੋਰਟ ਦੀ ਕਾਪੀ, ਵੈਕਸੀਨੇਸ਼ਨ ਦਾ ਪ੍ਰੂਫ, ਇਸ ਤੋਂ ਇਲਾਵਾ ਕੋਵਿਡ ਦਾ ਨੈਗੇਟਿਵ ਟੈਸਟ ਦੀ ਰਿਜ਼ਲਟ ਰਿਪੋਰਟ, ਇਹੋ ਜਿਹੇ ਸਾਰੇ ਡਾਕੂਮੈਂਟ ਅਤੇ ਬਕਾਇਦਾ ਇੱਕ ਐਲਾਨਨਾਮਾ ਜਿਹਦੇ ਵਿੱਚ ਯਾਤਰੀ ਵੱਲੋਂ ਇਹ ਡਿਕਲੇਅਰ ਕੀਤਾ ਹੋਵੇ ਕਿ ਉਸ ਵੱਲੋਂ ਪ੍ਰੋਪਰ ਵੈਕਸੀਨੇਸ਼ਨ ਫੁੱਲੀ ਤੌਰ 'ਤੇ ਆਲਰੇਡੀ ਪੂਰੀ ਕੀਤੀ ਹੋਈ ਆ, ਭਾਵ ਲਈ ਹੋਈ ਆ, ਅਤੇ ਉਸ ਵੱਲੋਂ ਕੋਵਿਡ ਦਾ ਟੈਸਟ ਵੀ ਕਰਵਾਇਆ ਹੋਇਆ ਆ। ਇਹ ਸਾਰੇ ਦਸਤਾਵੇਜ਼ ਉਸ ਵੱਲੋਂ ਸਫ਼ਰ ਕਰਨ ਤੋਂ ਪਹਿਲਾਂ ਆਪਣੀ ਇਸ ਐਪ ਦੇ ਰਾਹੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਡਾਊਨਲੋਡ ਕਰਨੇ ਹੋਣਗੇ, ਅਪਲੋਡ ਕਰਨੇ ਹੋਣਗੇ, ਅਤੇ ਅਪਲੋਡ ਕਰਕੇ ਆਨਲਾਈਨ ਸਬਮਿਟ ਕਰਨੇ ਹੋਣਗੇ। ਸੋ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਭਾਰਤ ਸਰਕਾਰ ਦੀ ਫੋਰਨ ਮਿਨਿਸਟਰੀ ਦੇ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਜ਼ਿਆਦਾਤਰ ਖਾੜੀ ਤੋਂ ਆਉਣ ਵਾਲੇ ਦੇਸ਼ਾਂ ਲਈ ਯਾਤਰੀਆਂ ਲਈ ਇਹ ਨਿਯਮ ਲਾਗੂ ਕੀਤੇ ਗਏ ਆ। ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਗਾਊਂ ਤੋਂ ਵੈਬਸਾਈਟ ਦੇ ਉੱਪਰ ਜਾ ਕੇ ਪ੍ਰੋਪਰ ਸਰਚ ਕੀਤਾ ਜਾ ਸਕਦਾ ਹੈ, ਤਾਂ ਜੋ ਏਅਰਪੋਰਟ 'ਤੇ ਯਾਤਰੀਆਂ ਨੂੰ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਅਗਲੀ ਖਬਰ ਕੈਨੇਡਾ ਤੋਂ। ਕੈਨੇਡਾ ਵੱਲੋਂ ਕਰੋਨਾ ਕਾਰਨ ਲੋਕਾਂ ਨੂੰ ਆਰਥਿਕ ਮਦਦ ਦੇਣ ਲਈ ਜਾਰੀ ਕੀਤੀਆਂ ਵਿੱਤੀ ਯੋਜਨਾਵਾਂ ਨੂੰ ਹੁਣ ਫਿਲਹਾਲ ਅੱਗੇ ਨਹੀਂ ਵਧਾਇਆ ਜਾ ਰਿਹਾ। ਕੈਨੇਡਾ ਦੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਅੱਜ ਇੱਕ ਅਹਿਮ ਐਲਾਨ ਕਰਦਿਆਂ ਇਹ ਦੱਸਿਆ ਗਿਆ ਕਿ CERS ਅਤੇ CWS ਵਰਗੀਆਂ ਜੋ ਵਿੱਤੀ ਮਦਦ ਦੀਆਂ ਸਕੀਮਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਸੀ, ਫਿਲਹਾਲ ਉਹਨਾਂ ਦੇ ਇਸ ਕਰੰਟ ਰੂਪ ਨੂੰ ਬੰਦ ਕਰਕੇ ਨਵੇਂ ਰੂਪ ਦੇ ਵਿੱਚ ਸ਼ੁਰੂ ਕੀਤਾ ਜਾਏਗਾ। ਨਵੀਆਂ ਸੋਧੀਆਂ ਹੋਈਆਂ ਯੋਜਨਾਵਾਂ 24 ਅਕਤੂਬਰ ਤੋਂ ਲੈ ਕੇ ਅਗਲੇ ਸਾਲ 2022 ਦੇ ਫਰਵਰੀ ਤੱਕ ਚੱਲਣਗੀਆਂ, ਪਰ ਉਹਨਾਂ ਸਕੀਮਾਂ ਦੇ ਵਿੱਚ ਸੀਮਿਤ ਰੂਪ ਵਿੱਚ ਬਿਜ਼ਨਸਮੈਨਾਂ ਨੂੰ, ਜੋ ਵਪਾਰਕ ਅਦਾਰੇ ਆ, ਕਾਰੋਬਾਰੀ ਆ, ਉਹਨਾਂ ਨੂੰ ਕੁਝ ਰਿਆਇਤਾਂ, ਵਿਸ਼ੇਸ਼ ਵਿੱਤੀ ਲਾਭ ਦਿੱਤੇ ਜਾਣਗੇ। ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਇਹ ਵਿੱਤੀ ਯੋਜਨਾ ਦੇ ਉੱਪਰ ਸਰਕਾਰ ਵੱਲੋਂ 7.2 ਮਿਲੀਅਨ ਖਰਚਿਆ ਜਾਵੇਗਾ। ਇਸ ਤੋਂ ਪਹਿਲਾਂ ਕਰੋਨਾ ਦੇ ਆਉਣ ਤੋਂ ਬਾਅਦ ਹੁਣ ਤੱਕ ਸਰਕਾਰ ਵੱਲੋਂ ਇਹਨਾਂ ਯੋਜਨਾਵਾਂ ਤਹਿਤ $299 ਮਿਲੀਅਨ ਖਰਚਿਆ ਜਾ ਚੁੱਕਾ ਹੈ। ਸੋ ਇਹ ਜਾਣਕਾਰੀ ਅੱਜ ਬਕਾਇਦਾ ਕੈਨੇਡਾ ਦੇ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੱਲੋਂ ਜਾਰੀ ਕੀਤੀ ਗਈ ਹੈ। ਅੰਟਾਰੀਓ ਤੋਂ ਖਬਰ ਹੈ। ਅੰਟਾਰੀਓ ਸਰਕਾਰ ਵੱਲੋਂ ਰੈਸਟੋਰੈਂਟਾਂ, ਬਾਰਾਂ ਤੇ ਫਿਟਨੈਸ ਸੈਂਟਰਾਂ ਦੇ ਮੌਜੂਦਾ ਕਰੋਨਾ ਪਾਬੰਦੀਆਂ ਨੂੰ ਹੁਣ ਸੋਮਵਾਰ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਡਰੱਗ ਫੂਡ ਅਤੇ ਮੈਡੀਕਲ ਚੀਫ ਡਾਕਟਰ ਕ੍ਰੀਨ ਮੂਰੇ ਵੱਲੋਂ ਇਸ ਸੰਬੰਧੀ ਤਿਆਰ ਕੀਤੇ ਗਏ ਰੋਡ ਮੈਪ ਮੁਤਾਬਕ ਸਾਰੇ ਕਾਰੋਬਾਰੀਆਂ ਨੂੰ ਪੂਰੀ ਸਮਰੱਥਾ ਦੇ ਨਾਲ ਹੁਣ ਸਰਵਿਸ ਜਾਂ ਸੇਵਾਵਾਂ ਦੇਣ ਦੇ ਲਈ ਖੁੱਲ੍ਹ ਦੇ ਦਿੱਤੀ ਗਈ ਹੈ।
पर सारे कारोबारियां नूं इस गल लई हदायतां कीतीआं गईआं हन कि कारोबारियां नूं अपनी लोकेशन दे उपर वैक्सीनेशन जांच ऐप बकायदा डाउनलोड करके इलैक्ट्रॉनिक डिवाइस के राही उसनूं उत्थे अप्लाई किया जाए, ਤਾਂ जो आने वाले गाहक ਜਾਂ विजिटर ਦਾ ਵੈਰੀਫਿਕੇਸ਼ਨ जो वैक्सीन ਵੈਰੀਫਿਕੇਸ਼ਨ है उसनूं ਜਾਂਚਿਆ जा सके। इस तो बकायदा जो कस्टमर को बारकोड डाउनलोड किया होएगा इस ऐप के उपर उसनूं वैरीफिकेशन उसनूं वैरीफाई किया जाएगा ਅਤੇ जिस भी कस्टमर का वैक्सीनेशन स्टेटस कन्फर्म होएगा उसनूं ही इन्हां कारोबारी स्थानां ते अंदर जाण दी इजाज़त होएगी। इस गल लई बकायदा इन्हां सारे कारोबारियां नूं कोरोना संबंधी जो हदायतां नवीआं दित्तिआं गईआं हन, अंटारियो सरकार वल्लों इन्हां सारियां हदायतां दी पालना करन दी पाबंद किया गया है। कनेडा वल्लों हुण अगली खबर कनेडा दे वैक्सीनेशन पासपोर्ट दी व्यवस्था नाल संबंधित है। कनेडा वालों नवें वैक्सीन पासपोर्ट व्यवस्था नूं हुण मंजूरी दे दी गई है। ये प्रणाली मुकम्मल रूप दे विच 30 नवंबर तो कनेडा भर के एयरपोर्टां उपर लागू कर दी जाएगी। इस संबंधी कनेडा के प्रधानमंत्री जस्टिन ट्रूडो वालों बकायदा अज ऐलान करदिआं कहा कि सारे अंतरराष्ट्रीय यात्रियों नूं आने वाले यात्रियों ਅਤੇ कनेडा तो बाहर जाने वाले यात्रियों नूं सारियां प्रोविंस दियां जो वैक्सीन वैरीफिकेशन सर्टिफिकेट वैरीफिकेशन दियां जो योजनावां हैगियां हन उन्हां दी पालना करनी पवेगी। सो इस लई बकायदा आने वाले समय दे विच नियम आज़ाद कर दिते जाणगे ਅਤੇ सारे लोकां नूं ਜਿਹੜਾ अपना वैक्सीनेशन का बारकोड बकायदा डाउनलोड करके ही एयरपोर्टां ते जाना पएगा। जिक्रयोग है कि इस तो पहला एयरपोर्टां के उपर वैक्सीनेशन की रसीद का जो प्रिंट सी उसनूं भी मन्निया जाता सी, लेकिन 30 नवंबर तो बाद बकायदा बार वैरीफिकेशन कोड का जो बारकोड है उसनूं लैके जाना पवेगा तां जो उत्थे इलैक्ट्रॉनिक डिवाइस के उपर उस बारकोड नूं स्कैन किया जाए। जिस पैसेंजर की जिस अंतरराष्ट्रीय यात्री की ये कन्फर्मेशन होएगी इलैक्ट्रॉनिक डिवाइस द्वारा उसनों ही फ्लाइट करने की इजाज़त होगी। अलबर्टा तो खबर है दोस्तों, जिस तरह असीं तुहाडे नाल रोज़ साझी करते हाँ कि उत्थे हुण कोविड का पहला काफ़ी प्रकोप रहा आ, वॉर सिचुएशन रही आ, हुण कुछ सिचुएशन जिहड़ी आ वो काबू जा रही है, लेकिन हाले भी अज की डेट 770 करोना के केस आए हैं ना, जिन्हां दे विच 7 मौतां अज होण दी खबर है। 10,334 के करीब एक्टिव केस हैं ਅਤੇ कुल हुण तक 3,014 मौतां ਅਲਬਰਟਾ ਦੇ ਵਿੱਚ कोविड के करके हो चुकियां हैं। अगली खबर अंटारियो के हॉस्पिटल एसोसीएशन नाल संबंधित है। अंटारियो के हॉस्पिटल एसोसीएशन वालों अंटारियो के प्रीमियर डगफोर्ड नूं एक पत्र लिख के मंग की गई है कि सारे ही हैल्थ कर्मचारियों नूं वैक्सीनेशन लैण दे लई कानूनी तौर पर पाबंद किया जाए। एसोसीएशन वालों बकायदा डगफोर्ड प्रीमियर डगफोर्ड नूं ये गल की रिक्वेस्ट की गई है कि लिखती तौर पर बेनती की गई है कि जिन्ने भी हैल्थ कर्मचारी सारे हॉस्पिटल में काम करते हैं, हस्पतालों के विच बेहतर सुरक्षित सेहत व्यवस्था नूं बनाए रखण दे लई अंटारियो गवर्नमेंट एक अपने तौर पर पॉलिसी लेके आवे तां जो हरेक वर्कर जिहड़ा आ वो वैक्सीनेशन लवे ਅਤੇ माहौल जिहड़ा सुरक्षित सेहत व्यवस्था नूं बनाई रखा जाए। ट्रूडो सरकार वालों हुण अगली खबर बच्चों की वैक्सीनेशन नाल संबंधित आ रही है कि कनेडा की ट्रूडो सरकार वालों बच्चों की वैक्सीनेशन संबंधी फाइजर नाल 2.9 मिलियन की डील की गई है। जिक्र हो गया है कि फाइजर वालों हैल्थ कनेडा नूं
ਬੱਚਿਆਂ ਦੀ ਵੈਕਸੀਨੇਸ਼ਨ ਸੰਬੰਧੀ ਜੋ ਵੈਕਸੀਨੇਸ਼ਨ ਤਿਆਰ ਕੀਤੀ ਗਈ ਹੈ ਉਸ ਦੇ ਨਮੂਨੇ ਟਰਾਇਲ ਬਕਾਇਦਾ ਹੈਲਥ ਕੈਨੇਡਾ ਦੀ ਅਪਰੂਵਲ ਲਈ ਭੇਜੇ ਗਏ ਹਨ ਅਤੇ ਪ੍ਰੋਵਿੰਸ ਸਰਕਾਰਾਂ ਅਤੇ ਫੈਡਰਲ ਸਰਕਾਰ ਹੈਲਥ ਕੈਨੇਡਾ ਦੀ ਅਪਰੂਵਲ ਦੀ ਉਡੀਕ ਕਰ ਰਹੀਆਂ ਹਨ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੱਕ ਬੱਚਿਆਂ ਦੀ ਵੈਕਸੀਨੇਸ਼ਨ ਦੀ ਪਹਿਲੀ ਖੇਪ ਕੈਨੇਡਾ ਵਿੱਚ ਪੁੱਜਣ ਦੀ ਸੰਭਾਵਨਾ ਹੈ ਅਤੇ ਇਸੇ ਹਫ਼ਤੇ ਜਾਂ ਅਗਲੇ ਹਫ਼ਤੇ ਹੀ ਹੈਲਥ ਕੈਨੇਡਾ ਵੱਲੋਂ ਬਕਾਇਦਾ ਇਸ ਵੈਕਸੀਨੇਸ਼ਨ ਨੂੰ ਅਪਰੂਵਲ ਦੇਣ ਦੀ ਵੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੱਚਿਆਂ ਦੀ ਵੈਕਸੀਨੇਸ਼ਨ ਕਰਵਾਉਣ ਦੇ ਲਈ ਪੇਰੈਂਟਸ ਸਕੂਲ ਬੋਰਡਾਂ ਵੱਲੋਂ ਵੀ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਪਾਏ ਜਾ ਰਹੇ ਕੇਸਾਂ ਦੇ ਮੱਦੇਨਜ਼ਰ ਬੱਚਿਆਂ ਨੂੰ ਸੁਰੱਖਿਅਤ ਕਰਨ ਦੇ ਲਈ ਜਲਦ ਹੀ ਬੱਚਿਆਂ ਨੂੰ ਵੈਕਸੀਨੇਸ਼ਨ ਦਿੱਤੀ ਜਾਵੇ। ਇਹ ਵੈਕਸੀਨੇਸ਼ਨ ਫਾਈਜ਼ਰ ਵੱਲੋਂ ਬਕਾਇਦਾ ਸਪੈਸੀਫਿਕ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ, ਭਾਵ ਆਮ ਵੈਕਸੀਨੇਸ਼ਨ ਨਾਲੋਂ ਅਡਲਟ ਵੈਕਸੀਨੇਸ਼ਨ ਨਾਲੋਂ ਇਸ ਦੇ ਵਿੱਚ ਡੋਜ਼ ਦੀ ਮਾਤਰਾ ਘੱਟ ਕੀਤੀ ਗਈ ਹੈ ਤਾਂ ਜੋ ਬੱਚੇ ਉਸ ਨੂੰ ਟੋਲਰੇਟ ਕਰ ਸਕਣ। ਅਗਲੀ ਖਬਰ ਭਾਰਤ ਤੋਂ ਹੈ। ਭਾਰਤ ਨੇ ਵੈਕਸੀਨੇਸ਼ਨ ਦੀ ਮੁਹਿੰਮ ਵਿੱਚ ਹੁਣ ਵੈਕਸੀਨੇਸ਼ਨ ਦਾ 1 ਬਿਲੀਅਨ ਦਾ ਟੀਚਾ ਪੂਰਾ ਕਰ ਲਿਆ ਹੈ। ਦੁਬਾਰਾ ਵੈਕਸੀਨੇਸ਼ਨ ਨਿਰਯਾਤ ਕਰਨ ਦੇ ਲਈ ਹੁਣ ਭਾਰਤ ਨੇ ਜੋ ਸੰਕੇਤ ਦਿੱਤੇ ਹਨ, ਭਾਵ ਭਾਰਤ ਇੱਕ ਕੋਵੈਕਸ ਵੈਕਸੀਨੇਸ਼ਨ ਦਾ ਵੱਡਾ ਨਿਰਮਾਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦੀ ਸੰਭਾਵਨਾ ਹੈ ਕਿ ਗਰੀਬ ਮੁਲਕਾਂ ਨੂੰ ਭਾਰਤ ਵੱਲੋਂ ਕੋਵੈਕਸ ਵੈਕਸੀਨੇਸ਼ਨ ਦੀ ਜੋ ਖੇਪਾਂ ਹੈ ਉਸ ਦਾ ਨਿਰਯਾਤ ਕੀਤਾ ਜਾ ਸਕਦਾ ਹੈ। ਅਗਲੀ ਖਬਰ ਬਰੰਪਟਨ ਤੋਂ ਹੈ। ਪੀਟਰ ਰਾਉਸਨ ਅਤੇ ਡਿਕਸੀ ਦੇ ਪਲਾਜ਼ੇ ਵਿੱਚ ਪਿਛਲੇ ਹਫ਼ਤੇ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਨੌਜਵਾਨ ਦੇ ਕੇਸ ਦੇ ਸਬੰਧ ਵਿੱਚ 2 ਨੌਜਵਾਨਾਂ ਨੂੰ ਪੁਲਿਸ ਨੇ ਚਾਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ 29 ਅਤੇ ਦੂਜਾ ਜੇਤਰੀਓ ਗੋਰਮੈਨ 22 ਸਾਲ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫਤਾਰ ਕਰਕੇ ਇਹਨਾਂ ਦੋਵਾਂ ਨੌਜਵਾਨਾਂ ਉੱਪਰ ਇਸ ਕਤਲ ਸੰਬੰਧੀ ਚਾਰਜ ਲਾਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਅਮਨਜੋਤ ਬੈਂਸ ਨੂੰ ਗੋਲੀਆਂ ਮਾਰ ਕੇ ਉਕਤ ਪਲਾਜ਼ੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ। ਹੁਣ ਇਸ ਸੰਬੰਧੀ 2 ਗ੍ਰਿਫਤਾਰੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਗਾਰਡਨਰ ਐਕਸਪੇ ਦੇ ਉੱਪਰ ਇੱਕ ਹਾਦਸੇ ਦੀ ਖਬਰ ਦੀ ਜਾਣਕਾਰੀ ਹੈ। ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਇਹ ਗੱਲ ਦੱਸੀ ਗਈ ਹੈ ਕਿ ਗਾਰਡਨਰ ਐਕਸਪ੍ਰੈਸਵੇ ਉੱਪਰ ਇੱਕ ਨੌਜਵਾਨ ਵੱਲੋਂ ਪਿਛਲੇ ਮਹੀਨੇ ਆਡੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦਿਆਂ ਹੋਇਆਂ ਇੱਕ ਨਿਸ਼ਾਨ ਗੱਡੀ ਵਿੱਚ ਟੱਕਰ ਮਾਰੀ ਗਈ ਸੀ। ਸਿੱਟੇ ਵਜੋਂ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ ਸੀਗਾ। ਪਰ ਉਕਤ ਨੌਜਵਾਨ ਦੀ ਪਹਿਚਾਣ ਕਲਿਆਣ ਤ੍ਰਿਵੇਦੀ ਵਜੋਂ ਹੋਈ ਹੈ, ਜੋ ਮੌਕੇ ਤੋਂ ਐਕਸੀਡੈਂਟ ਕਰਕੇ ਉੱਥੇ ਸਟੇ ਰਹਿਣ ਦੀ ਬਜਾਏ ਉੱਥੋਂ ਫਰਾਰ ਹੋ ਗਿਆ ਸੀਗਾ। ਹੁਣ ਉਕਤ ਨੌਜਵਾਨ ਨੂੰ ਪੁਲਿਸ ਵੱਲੋਂ ਬਕਾਇਦਾ ਗ੍ਰਿਫਤਾਰ ਕਰਕੇ ਉਸ ਉੱਪਰ ਹਿੱਟ ਐਂਡ ਰਨ ਦਾ ਚਾਰਜ ਅਤੇ ਹੋਰ ਕਈ ਗੰਭੀਰ ਚਾਰਜ ਲਗਾਏ ਹਨ। ਇੱਕ ਅੰਤਰਰਾਸ਼ਟਰੀ ਖਬਰ ਹੈਤੀ ਤੋਂ ਅਸੀਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ ਕਿ ਹੈਤੀ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਮਿਸ਼ਨਰੀਆਂ ਨੂੰ ਅਗਵਾ ਕੀਤਾ ਗਿਆ ਹੈ। ਇਹਨਾਂ ਮਿਸ਼ਨਰੀਆਂ ਨੂੰ ਅਗਵਾ ਕਰਨ ਵਾਲੇ ਗਰੁੱਪ 400 ਮੌਜੂਦ ਨੇ। ਹੁਣ ਇੱਕ ਨਵੀਂ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਧਮਕੀ ਦਿੱਤੀ ਹੈ ਕਿ ਜੇ ਉਸ ਵੱਲੋਂ ਇਹਨਾਂ ਮਿਸ਼ਨਰੀਆਂ ਦੀ ਰਿਹਾਈ ਲਈ ਮੰਗੇ ਗਏ 17 ਮਿਲੀਅਨ ਡਾਲਰ ਉਹਨਾਂ ਨੂੰ ਨਹੀਂ ਦਿੱਤੇ ਗਏ ਤਾਂ ਉਹ ਇਹਨਾਂ ਸਾਰੇ ਮਿਸ਼ਨਰੀਆਂ ਦਾ ਕਤਲ ਕਰ ਦੇਣਗੇ। ਇਸ ਵਿੱਚ ਬਕਾਇਦਾ ਇੱਕ ਵਿਅਕਤੀ ਵੱਲੋਂ ਹੈਟ ਪਾ ਕੇ ਗਲ ਵਿੱਚ ਕ੍ਰਾਸ ਪਾ ਕੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਫਰੌਤੀ ਨਾ ਮਿਲਣ ਦੀ ਸੂਰਤ ਵਿੱਚ ਇਹਨਾਂ ਸਾਰੇ ਮਿਸ਼ਨਰੀਆਂ ਦਾ ਕਤਲ ਕਰਨ ਦੀ ਧਮਕੀ ਦਿੱਤੀ ਗਈ ਹੈ। ਹਾਲੇ ਤੱਕ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਦੀ ਕੋਈ ਜਾਣਕਾਰੀ ਨਹੀਂ ਹੈ। ਟੋਰਾਂਟੋ ਪੁਲਿਸ ਵੱਲੋਂ ਵੈਕਸੀਨੇਸ਼ਨ ਨਾ ਲੈਣ ਵਾਲੇ ਆਪਣੇ
ਪੁਲਿਸ ਅਫਸਰਾਂ ਨੂੰ 30 ਨਵੰਬਰ ਤੋਂ ਬਿਨਾਂ ਤਨਖਾਹ ਤੋਂ ਛੁੱਟੀ 'ਤੇ ਭੇਜਿਆ ਜਾ ਸਕਦਾ ਹੈ। ਇਸ ਸੰਬੰਧੀ ਬਕਾਇਦਾ ਨੋਟਿਸ ਸਾਰੇ ਪੁਲਿਸ ਕਰਮਚਾਰੀਆਂ ਅਫਸਰਾਂ ਨੂੰ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਜਿੰਨੇ ਸਿਵਕ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਕਰਮਚਾਰੀ ਜਾਂ ਹੋਰ ਕਾਰਪੋਰੇਟ ਜੋਬਾਂ ਦੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੀ ਸੰਬੰਧਿਤ ਪ੍ਰਸ਼ਾਸਨ ਵੱਲੋਂ ਵੈਕਸੀਨੇਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੈਕਸੀਨੇਸ਼ਨ ਨਾ ਲੈਣ ਵਾਲੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ 'ਤੇ ਭੇਜਿਆ ਜਾ ਸਕਦਾ ਹੈ। ਦੋਸਤੋ, ਇਹ ਅੱਜ ਦੀਆਂ ਕੁਝ ਖਬਰਾਂ ਸੀ। ਇੱਕ ਖਬਰ ਅਸੀਂ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਸਾਂਝੀ ਕਰਨੀ ਚਾਹਾਂਗੇ ਕਿ ਕੈਨ ਪੰਜਾਬ ਮੀਡੀਆ ਵੱਲੋਂ ਜੋ ਇੱਕ ਲਾਸਟ ਬੁਲੇਟਿਨ ਵਿੱਚ ਹੈਡਿੰਗ ਦਿੱਤਾ ਗਿਆ ਸੀਗਾ ਖਬਰ ਦਾ ਕਿ ਯੂਪੀ ਦੇ ਕਿਸਾਨ ਆਗੂ ਰਕੇਸ਼ ਟਕੈਤ ਹੋਣਾ ਵੱਲੋਂ ਗਾਜੀਪੁਰ ਤੋਂ ਧਰਨਾ ਚੁੱਕਿਆ ਗਿਆ ਹੈ, ਪਰ ਖਬਰ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਸੀ ਕਿ ਗਾਜੀਪੁਰ ਧਰਨਾ ਚੁੱਕਿਆ ਨਹੀਂ ਗਿਆ, ਸਿਰਫ ਰੋਡ ਉੱਪਰੋਂ ਬੈਰੀਕੇਡ ਹਟਾਏ ਗਏ ਹਨ। ਪਰ ਫਿਰ ਵੀ ਹੈਡਿੰਗ ਤੋਂ ਜਿਨ੍ਹਾਂ ਸਰੋਤਿਆਂ ਦਰਸ਼ਕਾਂ ਨੂੰ ਇਸ ਗੱਲ ਦਾ ਭੁਲੇਖਾ ਲੱਗਾ ਹੈ ਅਤੇ ਕੈਨ ਪੰਜਾਬ ਮੀਡੀਆ ਵੱਲੋਂ ਜੋ ਹੈਡਿੰਗ ਇਸ ਤਰ੍ਹਾਂ ਦਾ ਲੱਗਾ ਹੈ ਕਿ ਜਿਸ ਤੋਂ ਪ੍ਰਭਾਵ ਲੱਗਦਾ ਹੈ ਕਿ ਗਾਜੀਪੁਰ ਧਰਨਾ ਉੱਠ ਗਿਆ ਹੈ, ਉਸ ਲਈ ਅਸੀਂ ਅਫਸੋਸ ਜ਼ਾਹਰ ਕਰਦੇ ਹਾਂ ਅਤੇ ਇਹ ਗੱਲ ਸਪਸ਼ਟ ਕਰਦੇ ਹਾਂ ਕਿ ਗਾਜੀਪੁਰ ਤੋਂ ਧਰਨਾ ਚੁੱਕਿਆ ਨਹੀਂ ਗਿਆ। ਬਕਾਇਦਾ ਉੱਥੇ ਕਿਸਾਨ ਧਰਨੇ ਉੱਪਰ ਬੈਠੇ ਹੋਏ ਹਨ। ਸਿਰਫ ਤੇ ਸਿਰਫ ਜੋ ਹਾਈਵੇ ਹੈ ਉਸ ਉੱਪਰੋਂ ਬੈਰੀਕੇਡ ਪਰੇ ਹਟਾਏ ਗਏ ਹਨ ਤਾਂ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਟ੍ਰੈਫਿਕ ਦੇ ਵਿੱਚ ਆਵਾਜਾਈ ਦੇ ਵਿੱਚ ਵਿਘਨ ਨਾ ਪਵੇ। ਇਸ ਮੌਕੇ ਕਿਸਾਨ ਆਗੂ ਰਕੇਸ਼ ਟਕੈਤ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਵੱਲੋਂ ਹੁਣ ਕੋਈ ਵੀ ਸੜਕ ਮਾਰਗ ਜਾਮ ਨਹੀਂ ਕੀਤਾ ਗਿਆ। ਜਿੰਨੇ ਵੀ ਸੜਕਾਂ ਅਤੇ ਮਾਰਗ ਜਾਮ ਕੀਤੇ ਗਏ ਹਨ ਉਹ ਦਿੱਲੀ ਪੁਲਿਸ ਵੱਲੋਂ ਜਾਮ ਕੀਤੇ ਗਏ ਹਨ। ਉਹਨਾਂ ਵੱਲੋਂ ਇਸ ਮੌਕੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਬਿੱਲਾਂ ਨੂੰ ਰੱਦ ਕਰਾਉਣ ਲਈ ਦੇਸ਼ ਦੀ ਪਾਰਲੀਮੈਂਟ ਦਾ ਘਿਰਾਓ ਕਰਨ ਜਾ ਰਹੇ ਹਨ। ਇਹ ਅੱਜ ਦੀਆਂ ਕੁਝ ਅਹਿਮ ਖਬਰਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੋਵੇ, ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰੋ। ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ ਤਾਂ ਜੋ ਅਸੀਂ ਤੁਹਾਡੇ ਵਿਚਾਰਾਂ ਮੁਤਾਬਕ ਆਪਣੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰ ਸਕੀਏ। ਮੈਂ ਦਾਸ ਗੁਰਮੁਖ ਸਿੰਘ ਬਾਰੀਆ, ਸਤਿ ਸ੍ਰੀ ਅਕਾਲ।